ਇਹ ਤਾਂ ਜੀ ਤੁਹਾਨੂੰ ਦੱਸਿਆ कि चीफ सेक्रेटरी ने माफ़ी मांग ली, पता नहीं वो तो माफ़ी मांग ली सारे वजीरा ने। 5600 करोड़ का घाटा जो खजाने को हुआ है उसकी बात तो नहीं ना करी। खजाने नूं भावें चूना लग गया, खजाने पंजाब दा लुटिया गया, खजाने नूं नुकसान पहुंचा, मगर जो कांग्रेस के लीडर साहिबान सन उन्हां दा क्योंकि घर पूरा हो गया। पंजाब के किसान दे नाल जिस तरीके का फ्रॉड हो रहा, पंजाब के किसानां नूं नकली बी जिहड़ा बी है ही नहीं, वो पता नहीं की पैक करके बेचा जा रहा है। एक किसान की शिकायत एग्रीकल्चर महकमे ने कराया और उस महकमे की शिकायत 11/5 नूं जिहड़ा परचा होया होवे 15-20 दिन निकल गए हैं, कोई कार्रवाई नहीं, कोई अरेस्ट नहीं। मगर जिते 420 लगी होवे, एसेंशियल कमोडिटीज़ एक्ट लगे होण, नॉन बेलेबल वारंट इशू, नॉन बेलेबल धारावां लगियां होण, वो अज भी बड़े मौज नाल प्रेस कॉन्फ्रेंस कर रहा है। किसान नूं फाइनैंशियल जिहड़ी डिफिकल्टीज आ रही ने ਉਹਦਾ ਕੰਮ ਹੌਲਾ ਕਰਨ ਵਾਸਤੇ, ਉਹਨੂੰ ਫਾਈਨੈਂਸ਼ੀਅਲ ਸਬਸਿਡੀ ਦੇਣ ਵਾਸਤੇ, ਚਾਹੇ ਮਸ਼ੀਨ ਤੇ ਚਾਹੇ ਉਹਦਾ ਜਿਹੜਾ ਵੱਧ ਲੇਬਰ ਦਾ ਵਾਧੂ ਖਰਚ ਪੈ ਰਿਹਾ, ਉਹਦੇ ਵਾਸਤੇ ਤਾਂ ਸਰਕਾਰ ਚਿੰਤਿਤ ਹੀ ਨਹੀਂ। ਜਿਹੜਾ ਮੰਤਰੀ ਸੈਟਰਡੇ ਨੂੰ ਸਾਡੀ ਪ੍ਰੈਸ ਕਾਨਫਰੰਸ ਹੋਈ ਸੀ, ਨਾ ਸੰਡੇ ਲੱਭਿਆ, ਨਾ ਮੰਡੇ ਲੱਭਿਆ, ਨਾ ਟਿਊਜ਼ਡੇ ਲੱਭਿਆ। ਅੱਜ ਔਖੇ ਸੌਖੇ ਉਹਦੇ ਦਰਸ਼ਨ ਤਾਂ ਹੋਏ। ਜਦੋਂ ਉਹਨੂੰ ਕਿਹਾ ਕਿ ਤੈਨੂੰ ਜਵਾਬ ਦੇਣਾ ਪੈਣਾ, ਨਹੀਂ ਤਾਂ ਉਹ ਤਾਂ ਭੱਜਦਾ ਫਿਰਦਾ ਸੀ। 4 ਦਿਨ ਦਾ ਕਵਰ ਅਪ ਆਪਰੇਸ਼ਨ ਉਹ ਚਲਾ ਰਿਹਾ। ਲੋੜ ਪਈ ਉਹ ਵੀ ਮੈਂ ਜਨਤਕ ਕਰੂੰਗਾ ਕਵਰ ਆਪਰੇਸ਼ਨ ਕਿਹੜਾ ਚਲਾਇਆ। ਇਹ ਨਾ ਸਮਝਣ ਕਿ ਕਿਸੇ ਧਾਰੋ ਵਾਲੀ ਤੇ ਬੈਠ ਕੇ ਕਵਰ ਅਪ ਆਪਰੇਸ਼ਨ ਚੱਲਦਾ ਸੀ ਤੇ ਮਜੀਠੀਏ ਨੂੰ ਨਹੀਂ ਪਤਾ ਲੱਗਿਆ। ਮਜੀਠੀਏ ਦਾ ਬੰਦਾ ਉਹਦੇ ਨਾਲ ਬੈਠਿਆ। ਜੇ ਕਿਸੇ ਨੂੰ ਫੜੋਗੇ, ਪੁੱਛੋਗੇ, ਫੇਰ ਹੀ ਉਹਦਾ ਚੇਨ ਬਣਾਓਗੇ ਨਾ ਜੀ। ਇੱਥੇ ਤਾਂ ਫੜਦੀ ਕਿਸੇ ਨੂੰ ਨਹੀਂ। ਦੇਖੋ, ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗਿਆ ਜੀ, ਇਹ ਬੇਨਾਮੀ ਸੀਡ ਪ੍ਰੋਡਿਊਸਿੰਗ ਕੰਪਨੀ ਹੈ ਹੀ ਸੁੱਖੀ ਰੰਧਾਵੇ ਦੀ। ਕਦੇ ਇਹਨਾਂ ਦੀ ਬੋਲੀ, ਲਾਇਸੈਂਸ ਵੇਖੋ, ਕਿਸੇ ਨੂੰ ਲਾਇਸੈਂਸ ਕਦੋਂ ਇਸ਼ੂ ਹੋਇਆ, ਕਿਵੇਂ ਹੋਇਆ, ਤੁਹਾਨੂੰ ਮੈਨੂੰ ਕਿੱਥੋਂ ਪਤਾ ਲੱਗ ਸਕਦਾ ਜੀ? ਜੇ ਤੁਹਾਡਾ ਕੰਮ ਹੀ ਨਹੀਂ ਤੇ ਤੁਹਾਨੂੰ ਕਿੱਥੋਂ ਪਤਾ ਲੱਗਣਾ? ਕੋਈ ਮੂੰਹ ਨਾਲ ਪ੍ਰਚਾਰ ਕਰੇ ਤੇ ਪ੍ਰਚਾਰਕ ਕਿਹੜੇ ਬਣੇ ਆ? ਤਗੜੇ ਤਗੜੇ ਕਾਂਗਰਸੀ ਜਿਹੜੇ ਇਹਨਾਂ ਦੇ ਨਾਲ ਗੱਡੀ 'ਚ ਪੱਕੇ ਨੇ। ਜਦੋਂ ਯੂਨੀਵਰਸਿਟੀ ਦੀ ਬਾਰ-ਬਾਰ ਇਹ ਗੱਲ ਆਈ ਕਿ ਸਾਡੇ ਕੋਲ ਕਿਲੋ 2-2 ਕਿਲੋ ਦੇਣੇ ਸੀ, ਉਹ ਵੀ ਤਾਂ ਲੈ ਗਏ ਕਿਸਾਨ। ਹੁਣ ਦੂਜਾ ਵੀ ਜਿਹੜੇ ਪ੍ਰੋਡਿਊਸਰ ਨੇ ਗਲਤ ਬਣਾਇਆ ਸੀ, ਉਹ ਵਿਕਦਾ ਨਹੀਂ ਸੀ। ਸੋ ਉਹਦੀ ਮਾਰਕੀਟਿੰਗ ਦਾ ਕੰਮ ਵੀ ਇਹਨਾਂ ਦੇ ਬੰਦਿਆਂ ਨੇ ਕੀਤਾ, ਜਿਹੜੇ ਆ ਵਜ਼ੀਰ ਸਾਹਿਬ ਦੇ ਵਿਚਕਾਰ ਜੇ ਬੈਠੇ ਆ। ਇਹ ਹੌਲੀ ਹੌਲੀ ਮੈਂ ਤਾਂ ਚਾਹੁੰਦਾ ਬੋਲਦੇ ਰਹਿਣ, ਮੈਂ ਰੋਜ਼ ਇਹਨਾਂ ਦਾ ਖੁਲਾਸਾ ਕਰੂ। ਆ ਵਿਚਕਾਰ ਬੈਠਿਆ। ਇਹ ਤਾਂ ਜੀ ਤੁਹਾਨੂੰ ਦੱਸਿਆ ਕਿ ਚੀਫ सेक्रेटरी ने माफ़ी मांग ली, पता नहीं वो तो माफ़ी मांग ली सारे वजीरा ने। ये तो अंदर क्या हुआ आपको तो नहीं ना पता है, तो आपको जो बता रहे हैं वो है। मेरे को तो लगता है ये पैर ही पड़ गए होंगे चीफ सेक्रेटरी के, हमारी जान छोड़ो। हाँ जी, फिर वही बात आ गई जी, अंदर क्या हुआ है क्या नहीं हुआ, ये तो आपको वो बुला रहे हैं जो पब्लिक कंजम्पशन के लिए अच्छी लगती है। मगर बात था एक्साइज की लूट का रौला, और 5600 करोड़ का घाटा जो खजाने को हुआ है उसकी बात तो नहीं ना करी। और अब अंदर माफ़ी मंत्रियों ने उनसे मांगी या उन्होंने मंत्रियों से मांगी है, तो भगवान जानता है जी। जहाँ आपको और मेरे को क्या पता। इस तरह कहा जा रहा है कि बार-बार भी कहा गया कि ਅਸੀਂ नहीं जावांगे, क्या चीफ सेक्रेटरी ਦੇ ਨਾਲ नहीं बैठांगे। ਇਹਦਾ मतलब भी ਸਰੈਂਡਰ ਕਰਤਾ ਮੰਤਰੀ, ਜਿਹੜੇ 3 ਮੰਤਰੀ ਸੀ ਉਹਨਾਂ ਨੂੰ। देखो, ਇਹਦੇ ਨਾਲ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਜਿਹੜਾ ਇਹ 5600 ਕਰੋੜ ਦੀ ਲੁੱਟ ਸੀ, ਉਹਦੀ ਸਹਿਮਤੀ ਹੋ ਗਈ ਹੈ ਜੀ। ਕਿਤੇ ਨਾ ਕਿਤੇ ਹਿੱਸਾ ਪੱਤੀ ਦੀ ਜਿਹੜਾ ਹਿੱਸੇ ਦਾ ਰੌਲਾ ਸੀ ਉਹ ਫੈਸਲਾ ਹੋ ਗਿਆ, ਇਸ ਲਈ ਗੱਲ ਮੁੱਕ ਗਈ। ਖਜ਼ਾਨੇ ਨੂੰ ਭਾਵੇਂ ਚੂਨਾ ਲੱਗ ਗਿਆ, ਖਜ਼ਾਨੇ ਪੰਜਾਬ ਦਾ ਲੁੱਟਿਆ ਗਿਆ, ਖਜ਼ਾਨੇ ਨੂੰ ਨੁਕਸਾਨ ਪਹੁੰਚਿਆ, ਮਗਰ ਜੋ ਕਾਂਗਰਸ ਦੇ ਲੀਡਰ ਸਾਹਿਬਾਨ ਸਨ ਉਹਨਾਂ ਦਾ ਕਿਉਂਕਿ ਘਰ ਪੂਰਾ ਹੋ ਗਿਆ ਤੇ ਲੜਾਈ ਇਹਨਾਂ ਦੀ ਮੁੱਕ ਗਈ। ਚੀਫ ਸੈਕਟਰੀ ਸਾਹਿਬ ਨੇ ਉਸ ਦਿਨ ਵੀ ਜੋ ਖਬਰਾਂ ਲੱਗੀਆਂ ਸਨ ਉਹ ਇਹੀ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਨਜਾਇਜ਼ ਸ਼ਰਾਬ ਦੀ ਵਿਕਰੀ ਹੋ ਰਹੀ ਹੈ, ਜਿਹਦੇ ਨਾਲ ਖਜ਼ਾਨੇ ਦਾ ਨੁਕਸਾਨ ਹੋ ਰਿਹਾ, ਉਹ ਮੁੱਦਾ ਤਾਂ ਐਜ਼ ਇਟ ਸਟੈਂਡ ਕਰਦਾ। ਬੀਜਾਂ ਦਾ ਵੀ ਜਿਹੜਾ ਕਿਸਾਨਾਂ ਦਾ ਕਿਉਂਕਿ ਕਾਫੀ ਅਹਿਮ ਮਸਲਾ ਵੀ ਸੀਗਾ, ਉਹ ਵੀ ਵਿੱਚ ਹੀ ਹੋ ਗਿਆ। ਨਹੀਂ, ਬੀਜਾਂ ਦਾ ਵਾਸਤੇ ਤੇ ਜਿਵੇਂ ਚੀਮਾ ਸਾਹਿਬ ਨੇ ਆਈ ਥਿੰਕ ਬੜੇ ਵਿਸਤਾਰ ਨਾਲ ਗੱਲ ਕਰਤੀ ਹੈ ਕਿ ਸਰਕਾਰ ਜਿਹੜੀ ਪੰਜਾਬ ਦੇ ਕਿਸਾਨਾਂ ਨਾਲ ਧੋਖਾਧੜੀ ਹੋ ਰਹੀ ਹੈ,
ਪੰਜਾਬ ਦੇ ਕਿਸਾਨ ਦੇ ਨਾਲ ਜਿਸ ਤਰੀਕੇ ਦਾ ਫਰਾਡ ਹੋ ਰਿਹਾ, ਪੰਜਾਬ ਦੇ ਕਿਸਾਨਾਂ ਨੂੰ ਨਕਲੀ ਬੀ, ਜਿਹੜਾ ਬੀ ਹੈ ਹੀ ਨਹੀਂ, ਉਹ ਪਤਾ ਨਹੀਂ ਕੀ ਪੈਕ ਕਰਕੇ ਵੇਚਿਆ ਜਾ ਰਿਹਾ, ਜਿਹਦੇ ਨਾਲ ਪੰਜਾਬ ਦਾ ਕਿਸਾਨ ਹੋਰ ਫਾਈਨੈਂਸ਼ੀਅਲ ਸੰਕਟ 'ਚ ਤੇ ਹੋਰ ਖੁਦਕੁਸ਼ੀ ਦੇ ਰਾਹ 'ਚ ਉਹਨੂੰ ਤੋਰਨ ਦਾ ਕੰਮ ਸਰਕਾਰ ਦੇ ਮੰਤਰੀ ਤੇ ਉਹਨਾਂ ਦੇ ਚੇਤੇ ਕਰ ਰਹੇ ਆ। ਉਸ ਗੱਲ ਦਾ ਪਰਚਾ ਅਸੀਂ ਨਹੀਂ ਕਰਾਇਆ, ਇੱਕ ਕਿਸਾਨ ਦੀ ਸ਼ਿਕਾਇਤ ਤੇ ਐਗਰੀਕਲਚਰ ਮਹਿਕਮੇ ਨੇ ਕਰਾਇਆ, ਔਰ ਉਸ ਮਹਿਕਮੇ ਦੀ ਸ਼ਿਕਾਇਤ ਤੇ 11/5 ਨੂੰ ਜਿਹੜਾ ਪਰਚਾ ਹੋਇਆ ਹੋਵੇ 15-20 ਦਿਨ ਨਿਕਲ ਗਏ ਆ, ਕੋਈ ਕਾਰਵਾਈ ਨਹੀਂ, ਕੋਈ ਅਰੈਸਟ ਨਹੀਂ। ਅੱਜ ਵੀ ਚਾਹੇ ਉਹ ਬਰਾੜ ਸੀਡਸ ਆ ਜਿਹਦਾ FIR 'ਚ ਜ਼ਿਕਰ ਹੈ, ਤੇ ਚਾਹੇ ਉਹ ਜਿਹੜਾ ਪ੍ਰੋਡਿਊਸਰ ਹੈ ਕਰਨਾਲ ਸੀਡਸ ਲੱਕੀ ਢਿੱਲੋਂ, ਉਹ ਅੱਜ ਵੀ ਖੁੱਲ੍ਹੇਆਮ ਫਿਰ ਰਹੇ ਆ। ਤੇ ਇਹ ਤੋਂ ਹੀ ਸਪਸ਼ਟ ਹੋ ਜਾਂਦਾ ਹੈ, ਨਹੀਂ ਤਾਂ ਜਿਵੇਂ ਚੀਮਾ ਸਾਹਿਬ ਨੇ ਗੱਲ ਕੀਤੀ ਹੈ, ਕਿਸੇ ਤੇ ਸਧਾਰਨ 751 ਦਾ ਪਰਚਾ ਹੋ ਜਾਓ ਵੀ ਘਰ ਛੱਡ ਕੇ ਭੱਜ ਜਾਂਦਾ, ਮਗਰ ਜਿਹ ਤੇ 420 ਲੱਗੀ ਹੋਵੇ, ਅਸੈਂਸ਼ੀਅਲ ਕਮੋਡਿਟੀਜ਼ ਐਕਟ ਲੱਗੇ ਹੋਣ, ਨਾਨ ਅਵੇਲੇਬਲ ਵਾਰੰਟ ਇਸ਼ੂ, ਨਾਨ ਅਵੇਲੇਬਲ ਧਾਰਾਵਾਂ ਲੱਗੀਆਂ ਹੋਣ, ਉਹ ਅੱਜ ਵੀ ਬੜੇ ਮੌਜ ਨਾਲ ਪ੍ਰੈਸ ਕਾਨਫਰੰਸ ਕਰ ਰਿਹਾ ਹੈ। ਤੇ ਉਸ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਉਹਦੀ ਸਰਕਾਰੇ ਦਰਬਾਰੇ ਦਬਦਬਾ ਕਿੰਨਾ ਹੈ। ਔਰ ਤੁਸੀਂ ਟਾਈਮਿੰਗ ਵੇਖੋ ਕਿੱਡੀ ਵਧੀਆ, 12:30 ਵਜੇ ਉਹ ਲੱਕੀ ਕਬੂਤਰ ਲਾਈਵ ਹੋ ਰਿਹਾ, ਤੇ ਇੱਥੋਂ ਹੀ 12:30 ਵਜੇ ਮੰਤਰੀ ਸਾਹਿਬ ਲਾਈਵ ਹੋ ਰਹੇ। ਤੇ ਮੈਨੂੰ ਨਹੀਂ ਸਮਝ ਆਈ ਕਿ ਮੰਤਰੀ ਸਾਹਿਬ ਕਿਤੇ ਮੁਨੀਮ ਲੱਗੇ ਉਹਦੀ ਦੁਕਾਨ ਤੇ, ਕਿ ਕੀ ਚੱਕਰ ਹੈ, ਉਹਦੇ ਬਿੱਲ ਵਿਖਾਈ ਜਾਂਦੇ ਸੀ। ਮੈਂ ਤਾਂ ਪਹਿਲੀ ਵਾਰੀ ਵੇਖਿਆ ਚੀਮਾ ਸਾਹਿਬ ਨੇ, ਜੇ ਪਹਿਲਾਂ ਕਦੇ ਇਹੋ ਜਿਹੀ ਕੰਮ ਵੇਖਿਆ ਹੋਵੇ, ਉਹਦੀ ਬਿੱਲ ਬੁੱਕ ਚੁੱਕੀ ਫਿਰਦੇ ਆ ਉੱਥੇ ਆਪਣਾ ਅੰਦਰ ਸੈਕਟਰੀਏਟ 'ਚ। ਤੇ ਉਹਨੂੰ ਕੀ ਚਾਹੀਦਾ, ਜਦ ਮੰਤਰੀ ਉਹਦਾ ਸਪੋਕਸਪਰਸਨ ਬਣ ਜੇ ਤੇ ਫਿਰ ਤਾਂ ਕੰਮ ਸਪਸ਼ਟ ਹੀ ਹੋ ਗਿਆ। ਜਿਹੜੀ ਗੱਲ ਅਸੀਂ ਦੱਸਣਾ ਚਾਹੁੰਦੇ ਸੀ ਉਹਨਾਂ ਨੇ ਆਪ ਹੀ ਦੱਸਤੀ ਸਾਡੀ ਨੇੜਤਾ ਕਿੰਨੀ। ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ। ਪਹਿਲੀ ਗੱਲ ਕਾਰਵਾਈ ਹੋਵੇ, ਜਿਨ੍ਹਾਂ ਨੇ ਦੇਖੋ ਅੱਜ ਕਸਟੋਡੀਅਲ ਇੰਟਰੋਗੇਸ਼ਨ ਦੀ ਲੋੜ ਹੈ, ਤੁਸੀਂ ਬੀ ਵੇਚਿਆ ਕਿੰਨਾ। ਔਰ ਆਪਾਂ ਇੱਕ ਦੁਕਾਨ ਦੀ ਗੱਲ ਕਰੀ ਜਾ ਰਹੇ, ਇਹ ਬੀਜ ਦੇ ਸਟੋਰ ਤਾਂ ਹਰ ਜ਼ਿਲ੍ਹੇ 'ਚ ਕਿੰਨੇ ਕਿੰਨੇ ਨੇ, ਔਰ ਇਹਨੇ ਇੱਕ ਜਗ੍ਹਾ ਨਹੀਂ ਸਪਲਾਈ ਕੀਤੀ, ਇਹਨੇ ਅਨੇਕਾਂ ਜਗ੍ਹਾ ਸਪਲਾਈ ਕੀਤੀ ਆ। ਔਰ ਜੇ ਸਰਕਾਰ ਉਸ ਗੱਲ ਨੂੰ ਲੁਕਾਊਗੀ ਫਿਰ ਤੁਹਾਡੇ ਕੋਲ ਉਹ ਪ੍ਰੂਫ ਵੀ ਰੱਖਾਂਗੇ ਸਾਰੇ ਲਿਆ ਕੇ। ਲੇਕਿਨ ਇਸ ਵਾਰ ਜਿਹੜੀ ਪੰਜਾਬ ਦੇ ਔਰ ਉਹ ਉਸੇ ਲਈ ਮੈਂ ਗੱਲ ਕਹਿ ਰਿਹਾ ਕਿ ਬੀਜ ਸਪਲਾਈ ਹੋਇਆ ਕਿੰਨਿਆਂ ਨੂੰ, ਕਿਹੜੇ ਕਿਹੜੇ ਫਾਰਮਰ ਕੋਲ ਗਿਆ, ਉਸ ਫਾਰਮਰ ਤੱਕ ਪਹੁੰਚ ਕਰਕੇ ਉਸ ਫਾਰਮਰ ਨੂੰ ਭਰਪਾਈ ਕਰਨੀ ਸਰਕਾਰ ਦੀ ਵੱਡੀ ਜ਼ਿੰਮੇਵਾਰੀ। ਕੱਲ ਪਰ ਫਾਰਮਰ ਨੂੰ ਫਾਈਨੈਂਸ਼ੀਅਲ ਲਾਸ ਹੋ ਗਿਆ, ਤੁਸੀਂ ਤਾਂ ਆਪ ਉਹਨੂੰ ਖੁਦਕੁਸ਼ੀ ਵੱਲ ਤੋਰ ਰਹੀ ਹੈ ਸਰਕਾਰ, ਉਹਦੇ ਤੇ ਕੋਈ ਕਾਰਵਾਈ ਨਹੀਂ। ਔਰ ਦੁੱਖ ਹੈ ਇਸ ਗੱਲ ਦਾ। ਜਿਸ ਤਰ੍ਹਾਂ ਹੁਣ ਸਿੱਧੀ ਬਿਜਾਈ ਪੰਜਾਬ ਦੇ ਵਿੱਚ 80 ਤੋਂ 90% ਕਿਸਾਨ ਸਿੱਧੀ ਬਿਜਾਈ ਕਰ ਰਹੇ ਨੇ, ਉਹ ਸਿੱਧਾ ਬੀਜ ਜਿਹੜਾ ਖੇਤਾਂ ਦੇ ਵਿੱਚ ਪੈ ਰਿਹਾ, ਨਾ ਕਿ ਬਹੁਤ ਪੈ ਰਹੀ ਹੈ, ਉਹਦੇ ਨਾਲ ਕਾਫੀ ਵੱਡਾ ਨੁਕਸਾਨ ਨਹੀਂ ਹੋਊਗਾ ਕਿਸਾਨ। ਦੇਖੋ ਬਾਰ-ਬਾਰ ਇਹ ਗੱਲ ਚੱਲੀ ਹੈ ਜੀ, ਕਿਸਾਨ ਨੂੰ ਪਹਿਲਾਂ ਤਾਂ ਨਕਲੀ ਬੀ ਵੇਚ ਕੇ ਲੁੱਟਿਆ ਜਾ ਰਿਹਾ, ਔਰ ਫਿਰ ਕਿਸਾਨ ਨੂੰ ਜੋ ਖਰਚੇ ਪੈ ਰਹੇ ਆ, ਚਾਹੇ ਉਹ ਡਾਇਰੈਕਟ ਸੀਡਿੰਗ ਮਸ਼ੀਨ ਹੈ, ਉਹ ਕੋਈ ਸਸਤੀ ਤਾਂ ਹੈ ਨਹੀਂ, ਉਸ 'ਤੇ ਵੀ ਖਰਚਾ, ਉਹਦੇ 'ਤੇ ਕੋਈ ਸਬਸਿਡੀ ਨਹੀਂ। ਔਰ ਜੇ ਕੋਈ ਲੇਬਰ ਵੀ ਉਹਨੂੰ ਅੱਜ ਦੁੱਗਣੇ ਰੇਟਾਂ 'ਤੇ ਮਿਲ ਰਹੀ ਹੈ, ਜੇ ਮਿਲ ਰਹੀ ਹੈ 6-6 ਹਜ਼ਾਰ 7-7 ਹਜ਼ਾਰ 'ਤੇ ਲੇਬਰ ਪਹੁੰਚ ਗਈ। ਕਿਸਾਨ ਨੂੰ ਫਾਈਨੈਂਸ਼ੀਅਲ ਜਿਹੜੀ ਡਿਫਿਕਲਟੀਜ਼ ਆ ਰਹੀਆਂ ਨੇ, ਉਹਦਾ ਕੰਮ ਹੌਲਾ ਕਰਨ ਵਾਸਤੇ, ਉਹਨੂੰ ਫਾਈਨੈਂਸ਼ੀਅਲ ਸਬਸਿਡੀ ਦੇਣ ਵਾਸਤੇ, ਚਾਹੇ ਮਸ਼ੀਨ 'ਤੇ, ਚਾਹੇ ਉਹਦਾ ਜਿਹੜਾ ਵੱਧ ਲੇਬਰ ਦਾ ਵਾਧੂ ਖਰਚ ਪੈ ਰਿਹਾ, ਉਹਦੇ ਵਾਸਤੇ ਤਾਂ ਸਰਕਾਰ ਚਿੰਤਿਤ ਹੀ ਨਹੀਂ। ਸਰਕਾਰ ਦੇ ਆਲਾ ਵਜ਼ੀਰ, ਪਹਿਲੀ ਗੱਲ ਤਾਂ ਇਸ ਗੱਲ ਦੀ ਵਧਾਈ ਹੈ ਕਿ ਜਿਵੇਂ ਚੀਮਾ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਮੰਤਰੀ ਸੈਟਰਡੇ ਨੂੰ ਸਾਡੀ ਪ੍ਰੈਸ ਕਾਨਫਰੰਸ ਹੋਈ ਸੀ, ਨਾ ਸੰਡੇ ਲੱਭਿਆ, ਨਾ ਮੰਡੇ ਲੱਭਿਆ, ਨਾ ਟਿਊਜ਼ਡੇ ਲੱਭਿਆ, ਅੱਜ ਔਖੇ ਸੌਖੇ ਉਹਦੇ ਦਰਸ਼ਨ ਤਾਂ ਹੋਏ। ਔਰ ਦਰਸ਼ਨ ਸਿਰਫ ਇਸ ਲਈ ਹੋਏ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਜਦੋਂ ਉਹਨੂੰ ਕਿਹਾ ਕਿ ਤੈਨੂੰ ਜਵਾਬ ਦੇਣਾ ਪੈਣਾ, ਨਹੀਂ ਤਾਂ ਉਹ ਤਾਂ ਭੱਜਦਾ ਫਿਰਦਾ ਸੀ। 4 ਦਿਨ ਦਾ ਕਵਰ ਅਪ ਆਪਰੇਸ਼ਨ ਉਹ ਚਲਾ ਰਿਹਾ, ਲੋੜ ਪਈ ਉਹ ਵੀ ਮੈਂ ਜਨਤਕ ਕਰੂੰਗਾ ਕਵਰ ਆਪਰੇਸ਼ਨ ਕਿਹੜਾ ਚਲਾਇਆ। ਇਹ ਨਾ ਸਮਝਣ ਕਿ ਕਿਤੇ ਧਾਰੋਵਾਲੀ ਤੇ ਬੈਠ ਕੇ ਕਵਰ ਅਪ ਆਪਰੇਸ਼ਨ ਚੱਲਦਾ ਸੀ ਤੇ ਮਜੀਠੀਏ ਨੂੰ ਨਹੀਂ ਪਤਾ ਲੱਗਿਆ। ਮਜੀਠੀਏ ਦਾ ਬੰਦਾ ਉਹਦੇ ਨਾਲ ਬੈਠਿਆ, ਔਰ ਮੇਰਾ ਮਸਲਾ ਉਹਦੇ ਨਾਲ ਕੋਈ ਨਹੀਂ ਭਰਾ, ਮੇਰੇ ਤਾਂ ਕਿਸਾਨ ਦੇ ਨਾਲ ਧੋਖਾਧੜੀ, ਕਿਸਾਨ ਬਚ ਜੇ, ਮੇਰਾ ਮਸਲਾ ਉੱਥੇ ਤੱਕ ਹੈ। ਔਰ ਜਿਹੜੇ ਲੋਕ ਕਿਸਾਨ ਦੀ ਲੁੱਟ ਜਿਹੜੇ ਵਪਾਰੀ ਕਰ ਰਹੇ ਆ, ਉਹਨਾਂ ਨਾਲ ਜੇ ਖਲੋਵੇ ਤੇ ਸੁਭਾਵਿਕ ਹੈ ਫਿਰ ਕੋਈ ਹੋਵੇ ਜਿੱਡਾ ਮਰਜ਼ੀ ਤਾਕਤਵਰ ਹੋਵੇ, ਮੈਨੂੰ ਕੀ ਹੈ।
ਬਾਅਦ ਅਗਰ ਸਰਕਾਰ ਕੋਈ ਇਨਕੁਆਇਰੀ ਮਾਰਕ ਕਰ ਦਿੰਦੀ ਹੈ ਤਾਂ ਲੱਗਦਾ ਸਰਕਾਰ ਆਪਣੇ ਲੈਵਲ ਤੇ ਕੁਝ ਕਰ ਪਾਏਗੀ ਇਨਕੁਆਇਰੀ ਠੀਕ ਸਰਕਾਰ ਇਨਕੁਆਇਰੀ ਮੇਰਾ ਵੀ ਪਰਚਾ ਦਰਜ ਕਰਕੇ ਨੌਨ ਅਵੇਲੇਬਲ ਪਰਚਾ ਦਰਜ ਕਰਕੇ ਜਦ ਕਾਰਵਾਈ ਨਹੀਂ ਹੋ ਰਹੀ ਲੋਕੀ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਉਹਦੀ ਦੁਕਾਨ ਵੀ ਖੁੱਲੀ ਆ ਜਿੱਤੇ ਪਰਚਾ ਦਰਜ ਆ ਇਹ ਤੋਂ ਹੀ ਸਪਸ਼ਟ ਆ ਕਿ ਕੀ ਸਰਕਾਰ ਨੇ ਕਰਨਾ ਕੋਈ ਦੇਖੋ ਗੁੱਸਾ ਨਾ ਕਰਿਓ ਕਿਸੇ ਤੇ 751 ਲੱਗ ਜਾਏ 323 ਲੱਗ ਜਾਏ 25 26 ਲੱਗ ਜਾਏ ਉਹ ਲੱਭਦਾ ਨਹੀਂ ਤੇ ਜਿਨ੍ਹਾਂ ਤੇ 420 ਦਰਜ ਹੋਵੇ ਹਲੇ ਕਈ ਧਾਰਾਵਾਂ ਉੱਤੇ ਲਾਈਆਂ ਹੀ ਨਹੀਂ ਉਹਦੀ ਮਦਦ ਪਹਿਲਾਂ ਹੀ ਕਰਤੀ ਹੈ ਫੌਜਰੀ ਦੀ ਕਈ ਧਾਰਾਵਾਂ ਬਣਦੀਆਂ ਜਿਹੜੀਆਂ ਨਹੀਂ ਲਾਈਆਂ ਉਹ ਤਾਂ ਵੀ ਉੱਥੇ ਮੌਜ ਨਾਲ ਬੈਠਿਆ ਪ੍ਰੈਸ ਕਾਨਫਰੰਸਾਂ ਕਰ ਰਿਹਾ ਆਫਟਰ ਆਲ ਸਰਕਾਰ ਦੀ ਸ਼ਹਿਦ ਹੀ ਕਰ ਰਿਹਾ ਨਾ ਵਜ਼ੀਰ ਸਾਹਿਬ ਦੀ ਸ਼ਹਿਦ ਤੇ ਕਰ ਰਿਹਾ ਨਹੀਂ ਤਾਂ ਕਰ ਹੀ ਨਹੀਂ ਸਕਦਾ ਐਗਰੀਕਲਚਰ ਡਿਪਾਰਟਮੈਂਟ ਦੇ ਐਗਰੀਕਲਚਰ ਮਿਨਿਸਟਰ ਸੀਐਮ ਨੇ ਉਥੋਂ ਲੀਕ ਹੋਇਆ ਪਿਛਲੇ ਸਾਲ ਵੀ ਇਹੀ ਬੀਜ ਮਾਰਕੀਟ ਹੋਈ ਹੈ ਜੀ ਮੰਡੀਆਂ ਦੇ ਵਿੱਚ ਵਿਕਿਆ ਜਿਹੜੀ ਇਹਦੀ ਸਰਟੀਫਾਈਡ ਕੀਤਾ ਡਿਪਾਰਟਮੈਂਟ ਨੇ ਇਹਨੂੰ ਹੋਰ ਨਾਮ ਤੇ ਵੇਚਿਆ ਗਿਆ ਇਸ ਵਾਰ 130 129 ਸੀਗਾ ਇਹਦਾ ਨਾਮ ਉਹ ਉਸ ਲੈਵਲ ਤੇ ਆਪਾਂ ਕਿਉਂ ਨਹੀਂ ਇਨਕੁਆਇਰੀ ਜਿਹੜੀ ਭਾਲਦੇ ਕਿ ਅੰਦਰੋਂ ਲੀਕ ਕਿਵੇਂ ਹੋਇਆ 10 ਦੇਖੋ ਮੈਂ ਬਾਰ-ਬਾਰ ਗੱਲ ਕਹਿ ਰਿਹਾ ਜੀ ਕਸਟੋਡੀਅਲ ਇੰਟਰੋਗੇਸ਼ਨ ਉਹ ਕਿਉਂ ਕਹਿ ਰਿਹਾ ਤੁਹਾਡੇ ਕੋਲ ਕਿਸੇ ਚੀਜ਼ ਦੀ ਰਿਕਵਰੀ ਹੋਈ ਇੱਕ ਬੀ ਦੀ ਜਿਹੜਾ ਬੀ ਬਾਹਰ ਨਹੀਂ ਵਿਕ ਸਕਦਾ ਸੀ ਹੁਣ ਉਹਦੇ ਕੋਲ ਆਇਆ ਕਿੱਥੋਂ ਉਹ ਦੱਸ ਸਕਦਾ ਉਹ ਜਦ ਅਗਲੇ ਬੰਦੇ ਦਾ ਨਾਂ ਦੱਸੂਗਾ ਫਿਰ ਤੁਸੀਂ ਲੱਖੀ ਤੱਕ ਪਹੁੰਚੋਗੇ ਜਦ ਲੱਖੀ ਨੂੰ ਪੁੱਛੋਗੇ ਉਹਦੇ ਕੋਲ ਕਿਹੜੇ-ਕਿਹੜੇ ਅਫਸਰਾਂ ਨਾਲ ਮਿਲੀ ਭੁਗਤ ਹੋਈ ਜੇ ਕਿਸੇ ਨੂੰ ਫੜੋਗੇ ਪੁੱਛੋਗੇ ਫੇਰ ਹੀ ਉਹਦਾ ਚੇਨ ਬਣਾਓਗੇ ਨਾ ਜੀ ਇੱਥੇ ਤਾਂ ਫੜਦੀ ਕਿਸੇ ਨੂੰ ਨਹੀਂ ਉਹ ਤਾਂ ਮੌਜ ਨਾਲ ਪ੍ਰੈਸ ਕਾਨਫਰੰਸਾਂ ਕਰ ਰਹੇ ਅੱਗੇ ਇਹਦੇ ਵਿੱਚ ਐਗਰੀਕਲਚਰ ਮਿਨਿਸਟਰ ਜਿਹੜੇ ਮੁੱਖ ਮੰਤਰੀ ਆ ਉਹਨਾਂ ਦੀ ਰੋਲ ਹੋਇਆ ਫੇਰ ਨਹੀਂ ਮੈਂ ਤਾਂ ਬੇਨਤੀ ਕਰ ਰਿਹਾ ਜੀ ਕੋਈ ਹੋਵੇ ਔਰ ਇਹਦੇ 'ਚ ਜਿਹੜੀ ਤਦੇ ਇੰਡੀਪੈਂਡੈਂਟ ਇਨਕੁਆਇਰੀ ਦੀ ਮੰਗ ਕਰ ਰਹੇ ਆ ਔਰ ਲਾਪਰਵਾਹੀ ਤਾਂ ਵੇਖਣ ਨਹੀਂ ਵੇਖ ਰਹੀ ਆ ਜੀ ਸਾਹਮਣੇ ਆ ਔਰ ਇਹਨਾਂ ਨੂੰ ਸਰਕੇਸ ਤਰੀਕੇ ਦੇ ਨਾਲ ਸਰਕਾਰ ਦੀ ਸ਼ੈ ਹੈ ਉਹ ਉਹਨਾਂ ਦੀ ਪ੍ਰੈਸ ਕਾਨਫਰੰਸ ਕਰਨ ਦੇ ਤਰੀਕੇ ਨਾਲ ਹੀ ਪਤਾ ਲੱਗ ਰਿਹਾ ਇਹ ਪ੍ਰੈਸ ਕਾਨਫਰੰਸ ਦੇ ਸੁਨੇਹੇ ਵੀ ਕਿਸੇ ਹੋਰ ਨੇ ਨਹੀਂ ਲਾਏ ਇਹਨਾਂ ਨੇ ਲਵਾਏ ਉਹਨੂੰ ਵਿਚਾਰੇ ਨੂੰ ਕੌਣ ਜਾਣਦਾ ਪ੍ਰੈਸ ਵਾਲੇ ਨੂੰ ਉਹ ਤਾਂ ਸਾਰਾ ਕੁਝ ਕਰਾਇਆ ਔਰ ਉਹੀ ਗੱਲਾਂ ਉਹਨੇ ਉੱਥੇ ਕੀਤੀਆਂ ਉਹ ਗੱਲਾਂ ਵਜ਼ੀਰ ਨੇ ਇੱਥੇ ਕਰਤੀਆਂ ਮਤਲਬ ਜੇ ਤੁਸੀਂ ਵੀ ਫੋਟੋ ਨਾ ਵੇਖੋ ਤੇ ਕਹੋਗੇ ਕਿ ਸ਼ਾਇਦ ਉਹੀ ਬੰਦਾ ਕਰੀ ਜਾਂਦਾ ਉਧਰ ਵੀ ਗੱਲ ਤਾਂ ਕੋਈ ਵੱਖਰੀ ਕੀਤੀ ਨਹੀਂ ਦੋਵਾਂ ਨੇ ਸਲਾਹ ਨਾਲ ਹੀ ਗੱਲ ਕੀਤੀ ਆ 4 ਦਿਨ ਲੱਗ ਗਏ ਸਲਾਹ ਕਰਦੇ ਨੂੰ ਹੁਣ ਬੋਲ ਪਏ ਚਲੋ ਬੋਲ ਪਏ ਇਸ ਗੱਲ ਦਾ ਸ਼ੁਕਰ ਕੋਈ ਨਾ ਬੀਬੀ ਜੀ ਬਾਲਾ ਫਿਕਰ ਨਾ ਕਰੋ ਦਰਸ਼ਨ ਲਾਲ ਦੀ ਹਰਕਤਾਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਸਾਰੀਆਂ ਦੱਸਾਂਗੇ ਕੀਤਾ ਪਰਚੇ ਤੇ ਜਾ ਕੇ ਦੱਸਾਂਗੇ ਉੱਥੇ ਕੋਰਟ 'ਚ ਸਾਨੂੰ ਨਾ ਇਹ ਦਰਸ਼ਨ ਕੇ ਹੋਰ ਨੂੰ ਕਰੇ ਜਦੋਂ ਸਾਖੀ ਕਾਗਜ਼ਾਂ ਦੇ ਦਰਸ਼ਨ ਕਰਾਏ ਤਾਂ ਫਿਰ ਭੱਜਿਆ ਫਿਰੂਗਾ ਹੈ ਲੱਖੀ ਕਬੂਤਰ ਪਿੱਛੇ ਹੋਰ ਕਿਹੜਾ ਲੱਗਦਾ ਤੁਹਾਨੂੰ 4 ਦਿਨ ਧਾਰ ਵਾਲੀ ਬਹਿ ਕੇ ਉਹਦੇ ਨਾਲ ਸਲਾਹ ਕੀਤੀ ਆ ਔਰ ਤੁਸੀਂ ਦੋਵਾਂ ਦੀ ਪ੍ਰੈਸ ਕਾਨਫਰੰਸ ਵੇਖ ਲਓ ਜੇ ਅੱਖਰ ਦਾ ਵੀ ਫਰਕ ਹੋਵੇ ਉਹੀ ਚੀਜ਼ਾਂ ਉਹ ਵਿਖਾਉਣ ਡਿਆ ਉਹ ਚੀਜ਼ਾਂ ਇਹ ਵਿਖਾਉਣ ਹਾਂਜੀ ਫੜ ਕੇ ਕੋਈ ਪੁੱਛੂ ਪਾਛੂਗਾ ਫੇਰ ਹੀ ਗੱਲ ਨਿਕਲੂ ਅੱਗੇ ਹਾਲੇ ਤੱਕ ਤਾਂ ਇਹਨਾਂ ਦੋਵਾਂ ਦੀ ਤਾਂ ਪੱਕੀ ਆਪਸ 'ਚ ਮਿਲੀ ਭੁਗਤ ਮੈਨੂੰ ਤਾਂ ਐਂ ਲੱਗਦਾ ਜਿਵੇਂ ਰੰਧਾਵਾ ਜੀ ਨੂੰ ਉਹਦਾ ਸੇਲਸਮੈਨ ਰੱਖਿਆ ਹੋਇਆ ਉਹਨੇ ਆਪ ਦਾ ਪਤਾ ਲੱਗਿਆ ਸੀ ਉਹ ਫੰਡਿੰਗ ਜਿਹੜੀ ਹੈਗੀ ਆ ਇਲੈਕਸ਼ਨਾਂ ਮੌਕੇ ਸਾਰੀ ਪਾਰਟੀਆਂ ਨੂੰ ਕਰਨ ਦੇਖੋ ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗਿਆ ਜੀ ਇਹ ਬੇਨਾਮੀ ਸੀਡ ਪ੍ਰੋਡਿਊਸਿੰਗ ਕੰਪਨੀ ਹੈ ਹੀ ਸੁੱਖੀ ਰੰਧਾਵੇ ਦੀ ਤਦੇ ਇਹਨਾਂ ਦੀ ਬੋਲੀ ਲਾਇਸੈਂਸ ਵੇਖੋ ਕਿਸੇ ਨੂੰ ਲਾਇਸੈਂਸ ਕਦੋਂ ਇਸ਼ੂ ਹੋਇਆ ਕਿਵੇਂ ਹੋਇਆ ਤੁਹਾਨੂੰ ਮੈਨੂੰ ਕਿੱਥੋਂ ਪਤਾ ਲੱਗ ਸਕਦਾ ਜੀ ਜੇ ਤੁਹਾਡਾ ਕੰਮ ਹੀ ਨਹੀਂ ਤੇ ਤੁਹਾਨੂੰ ਕਿੱਥੋਂ ਪਤਾ ਲੱਗਣਾ ਔਰ ਐਡੀ ਮਿਸਲੀਡਿੰਗ ਗੱਲਾਂ ਕਰਨੀਆਂ ਫੈਕਟਸ ਦੀਆਂ ਲਾਇਸੈਂਸ ਜਿਵੇਂ ਆ ਚੀਮਾ ਸਾਹਿਬ ਨੇ ਕਿਹਾ ਲਾਇਸੈਂਸ ਦੇ ਉੱਤੇ ਤਾਂ ਪ੍ਰੋਬਲਮ ਹੀ ਕੋਈ ਨਹੀਂ ਜੀ ਲਾਇਸੈਂਸ ਤਾਂ ਕੋਈ ਵੀ ਜਾ ਕੇ ਲੈ ਲਵੇ ਔਰ ਕੋਈ ਸਰਕਾਰ ਨਹੀਂ ਦਿੰਦੀ ਇਹ ਕੋਈ ਵੱਡੀ ਫੈਕਟਰੀ ਦਾ ਲਾਇਸੈਂਸ ਨਹੀਂ ਇਹ ਤਾਂ ਜਿਹੜਾ ਡਿਪਟੀ ਡਾਇਰੈਕਟਰ ਐਗਰੀਕਲਚਰ ਹੈ ਉਸ ਦੇ ਲੈਵਲ 'ਤੇ ਹੀ ਦਿੱਤਾ ਜਾਂਦਾ ਹੈ ਸਰਕਾਰਾਂ ਦਾ ਇਹਦੇ ਨਾਲ ਕੋਈ ਕੰਮ ਨਹੀਂ ਮਗਰ ਉਸ ਗੱਲ ਨੂੰ ਵੀ ਕਹਾਣੀ ਨੂੰ ਪੇਸ਼ ਕਰਨਾ ਬੜੇ ਤਰੀਕੇ ਨਾਲ ਗੱਲ ਲਾਇਸੈਂਸ ਦੀ ਨਹੀਂ ਗੱਲ ਹੈ ਕਿ ਜਿਹੜਾ ਬੀ ਹੈ ਹੀ ਨਹੀਂ ਉਹ ਬੀ ਤੁਸੀਂ ਵੇਚੀ ਕਿੱਥੋਂ ਜਾਂਦੇ ਜਿਹੜਾ ਕਿਸਾਨੀ ਨਾਲ ਫਰਾਡ ਹੈ ਉਹਦੀ ਤਾਂ ਗੱਲ ਕੀਤੀ ਕੋਈ ਨਹੀਂ ਔਰ ਮੈਂ ਇੱਕ ਤੁਹਾਨੂੰ ਹੋਰ ਫੋਟੋ ਵਿਖਾ ਦਿਆਂ ਆ ਮੈਂ ਲਈ ਫਿਰਦਾ
ਤੁਸੀਂ ਵੇਖੋ ਇਹ ਸਿਸਟਮ ਚੱਲਿਆ ਕਿਵੇਂ ਹੈ ਸਾਰਾ। 2-3 ਅਖਬਾਰਾਂ 'ਚ ਇਹਦੀ ਖਬਰ ਲੱਗੀ ਆ ਜੀ। ਆ ਸੱਚ ਆ ਰਹੇ ਜੀ। ਆ ਇੱਕ ਇਹਨਾਂ ਦਾ ਵੱਡਾ ਜਿਹੜਾ ਚੇਅਰਮੈਨ ਕਹਿੰਦੇ ਲਾਉਣਾ ਕੀ ਲਾਤਾ ਝੋਨੇ ਦੀ ਨਵੀਂ ਕਿਸਮ PR 129 ਤਾਂ PAU ਵੱਲੋਂ ਸੋਧ ਕਰਕੇ ਉਹਨੂੰ ਲਾਇਆ ਕਰੋ 27 ਅਪ੍ਰੈਲ ਨੂੰ। ਜਿਹੜੀ 128 129 ਵੈਰਾਈਟੀ ਲਾਈ ਜਾਵੇ PAU ਨੇ ਦੱਸੇ, क्योंकि PAU ਕੱਲੀ ਦੇ ਰਹੀ ਹੈ, ਔਰ ਤਾਂ ਕੋਈ ਦੇ ਨਹੀਂ ਰਹੀ ਬੜੇ ਛੋਟੇ ਮਾਤਰਾ 'ਚ कृषि ਵਿਗਿਆਨ ਕੇਂਦਰਾਂ 'ਚੋਂ। ਉਹ ਦੱਸਣ ਤੇ ਠੀਕ ਹੈ, ਮਗਰ ਉਹਨਾਂ ਦੀ ਜਿਹੜੀ ਕਿਉਂਕਿ ਬਕਾਉਣੀ ਸੀ ਲੱਖੀ ਦੀ, ਔਰ ਲੱਖੀ ਦੀ ਤਾਂ ਤਦੇ ਵਿਕ ਸਕਦੀ ਸੀ ਜੇ ਕੋਈ ਪ੍ਰਚਾਰ ਚੱਲੇ ਉਹਦਾ ਵਰਡ ਆਫ ਮਾਊਥ ਨਾਲ, ਕੋਈ ਮੂੰਹ ਨਾਲ ਪ੍ਰਚਾਰ ਕਰੇ। ਤੇ ਪ੍ਰਚਾਰਕ ਕਿਹੜੇ ਬਣੇ ਆ? ਤਗੜੇ ਤਗੜੇ ਕਾਂਗਰਸੀ ਜਿਹੜੇ ਇਹਨਾਂ ਦੇ ਨਾਲ ਗੱਡੀ 'ਚ ਪੱਕੇ ਰਹਿੰਦੇ ਆ। ਮੈਂ ਤੁਹਾਨੂੰ ਅਖਬਾਰਾਂ ਦੀ ਕਟਿੰਗ ਵਿਖਾ ਰਿਹਾ, ਕਿਸੇ ਹੋਰ ਨੇ ਪ੍ਰਚਾਰ ਨਹੀਂ ਕੀਤਾ। ਕਿ ਇੱਥੇ ਇੱਕ ਹੋਰ ਹੈ ਜਿਹੜਾ ਬੰਦਾ ਆ ਬੈਠਿਆ ਨਾਲ ਇਹਨਾਂ ਦੇ, ਆ ਇਸ ਫੋਟੋ 'ਚ ਜਿੱਥੇ ਉਹ ਕਹਿ ਰਿਹਾ ਨਾ ਮੇਰੇ ਮਾਏ ਹੋਮ ਕੈਬਨਿਟ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਐਂਡ ਵਿਜੇਂਦਰ ਸਿੰਗਲਾ ਜੀ, ਆ ਬੰਦਾ ਵਿਚਕਾਰ ਬੈਠਿਆ, ਠੀਕ ਹੈ ਜੀ। ਉਹ ਪ੍ਰਚਾਰ ਕਰ ਰਿਹਾ। ਇੱਥੇ ਮੈਂ ਤੁਹਾਨੂੰ ਅਖਬਾਰ ਦਾ ਕਟਿੰਗ ਵਿਖਾਉਣਾ, ਆ ਇਹਦੇ 'ਚ ਆ ਲਓ, ਆ 30 ਅਪ੍ਰੈਲ ਨੂੰ ਉਹ ਕਰੀ ਜਾ ਰਿਹਾ। ਜਾਂ ਤਾਂ ਇਹ ਬੰਦੇ ਇਹ ਵੀ ਦੱਸਦੇ ਕਿ ਇਹ ਬੀ ਮਿਲ ਹੀ ਨਹੀਂ ਸਕਦਾ। ਇਹ ਬੀ ਤਾਂ ਕੱਲਾ ਪ੍ਰੋਡਿਊਸਰ ਉਸ ਏਰੀਏ 'ਚ ਲੱਖੀ ਕਬੂਤਰ ਹੀ ਸੀ, ਹੋਰ ਤਾਂ ਕੋਈ ਸੀ ਨਹੀਂ। ਹੁਣ ਉਹਦਾ ਮਾਲ ਵੇਚਣਾ ਸੀ, ਉਹਦਾ ਮਤਲਬ ਸੇਲਸਮੈਨ ਦਾ ਵੀ ਕੰਮ ਕਾਂਗਰਸੀਆਂ ਨੇ ਕੀਤਾ। ਜਦੋਂ ਯੂਨੀਵਰਸਿਟੀ ਦੀ ਬਾਰ-ਬਾਰ ਇਹ ਗੱਲ ਆਈ ਕਿ ਸਾਡੇ ਕੋਲ ਕਿਲੋ 2-2 ਕਿਲੋ ਦੇਣੇ ਸੀ, ਉਹ ਵੀ ਤਾਂ ਲੈ ਗਏ ਕਿਸਾਨ। ਹੁਣ ਦੂਜਾ ਵੀ ਜਿਹੜੇ ਪ੍ਰੋਡਿਊਸਰ ਨੇ ਗਲਤ ਬਣਾਇਆ ਸੀ ਉਹ ਵਿਕਦਾ ਨਹੀਂ ਸੀ। ਸੋ ਉਹਦੀ ਮਾਰਕੀਟਿੰਗ ਦਾ ਕੰਮ ਵੀ ਇਹਨਾਂ ਦੇ ਬੰਦਿਆਂ ਨੇ ਕੀਤਾ। ਜਿਹੜੇ ਆ ਵਜ਼ੀਰ ਸਾਹਿਬ ਦੇ ਵਿਚਕਾਰ ਜੇ ਬੈਠੇ ਆ, ਇਹ ਹੌਲੀ ਹੌਲੀ ਮੈਂ ਤਾਂ ਚਾਹੁੰਦਾ ਬੋਲਦੇ ਰਹਿਣ, ਮੈਂ ਰੋਜ਼ ਇਹਨਾਂ ਦਾ ਖੁਲਾਸਾ ਕਰੂ। ਆ ਵਿਚਕਾਰ ਬੈਠਿਆ ਜਿਹਨੇ ਇਸ਼ਤਿਹਾਰ ਦਿੱਤਾ ਦੋਵੇਂ ਵਜ਼ੀਰਾਂ ਦੇ। ਦੇਖੋ ਕੋਈ ਜ਼ਿੰਮੇਵਾਰ ਬੰਦਿਆਂ ਦਾ ਮਿਸਲੀਡ ਕਰਨਾ, ਇਹ ਮੈਂ ਨਹੀਂ ਸਮਝਦਾ ਜ਼ਿੰਮੇਵਾਰੀ ਬਣਦੀ। ਠੀਕ ਹੈ ਸਾਹਿਬ, ਕੱਲ ਤੁਹਾਡੇ ਸਾਰੇ ਜ਼ਿਲ੍ਹੇ ਲੈਵਲ ਤੇ ਗੱਲ ਕਰਦੇ ਰਹੇ ਹੈਗੇ ਆ DC ਨੂੰ ਮੰਗ ਕਰ ਰਹੇ ਆ ਕਾਰਵਾਈ ਕਰਨ ਦੀ, ਉਸ ਤੋਂ ਬਾਅਦ ਐਕਸ਼ਨ ਕੀ ਹੋਏਗਾ ਪਾਰਟੀ ਦਾ? ਦੇਖੋ ਕੱਲ ਦਾ ਜੋ ਪਾਰਟੀ ਦਾ ਫੈਸਲਾ ਕੱਲ ਕਰਦੀ ਏ, ਉਸ ਤੋਂ ਬਾਅਦ ਜੋ ਪਾਰਟੀ ਡਿਸਾਈਡ ਕਰੂਗੀ। ਸਾਡਾ ਤਾਂ ਮੇਨ ਮਕਸਦ ਸਿਰਫ ਤੇ ਸਿਰਫ ਕਿਸਾਨਾਂ ਨਾਲ ਜਿਹੜੀ ਧੋਖਾਧੜੀ ਹੋ ਰਹੀ ਆ ਉਹ ਨਾ ਹੋਵੇ, ਕਿਸਾਨਾਂ ਨੂੰ ਹੋਰ ਫਾਈਨੈਂਸ਼ੀਅਲ ਸਟ੍ਰੈਸ, ਫਾਈਨੈਂਸ਼ੀਅਲ ਡਿਫਿਕਲਟੀਜ਼, ਫਾਈਨੈਂਸ਼ੀਅਲ ਲਾਸ ਨਾ ਹੋਵੇ। ਕਿਸਾਨਾਂ ਨੇ ਜਿਨ੍ਹਾਂ ਨੂੰ ਨਾਲ ਧੋਖੇ ਨਾਲ ਇਹ ਗਲਤ ਬੀ ਜਿਹੜਾ ਬੀ ਨਹੀਂ ਉਹ ਜਿਹੜਾ ਵੇਚਿਆ ਗਿਆ ਉਹਦੀ ਭਰਪਾਈ ਕਿਵੇਂ ਹੋਵੇ। ਸਾਨੂੰ ਤਾਂ ਉਹਨਾਂ ਗੱਲਾਂ ਨਾਲ ਮਤਲਬ ਹੈ, ਹੋਰ ਸਾਨੂੰ ਕਿਸੇ ਗੱਲ ਨਾਲ ਮਤਲਬ ਨਹੀਂ। ਇਹ ਪੁੱਠੇ ਸਿੱਧੇ ਕੰਮ ਜਿਹੜੇ ਇਹਨਾਂ ਨੇ ਆਪਦੇ ਰਲ ਕੇ ਕਰੀ ਜਾਣ, ਉਹਦੇ ਤੇ ਜੋ ਕਾਰਵਾਈ ਬਣਦੀ ਹੈ ਤਾਂ ਹੋ ਹੀ ਜਾਣੀ ਹੈ ਕਦੇ ਨਾ ਕਦੇ। मैं तो बोल चुका हूँ जी कि कस्टोडियल इंटेरोगेशन हुए, कहाँ कहाँ सीट गया। आप अगर पूछोगे फिर ही पता लगेगा। आपने 15-20 दिन दे दिए हैं, उसने भी अपना माल साफ कर दिया सारा गोडाउन से, और जिस जिस दुकानों पे उसने सीट दुकानों पे दिया था वहाँ से भी माल साफ कर दिया। आप आज जाके किसी दुकान पे अगर जाके पूछोगे करनाल सीट से आपको 128 से 129 भी आया है, आपको दुकानदार अनजान बन जाएगा। उसने सही बात नहीं बोलनी। इसलिए अगर आप किसानों को बचाना चाहते हो तो आपको कस्टोडियल इंटेरोगेशन करके सच सामने लाना होगा, और फिर उन किसानों तक संपर्क करके उनकी भरपाई करनी पड़ेगी और उनको मुआवजा देना पड़ेगा नए सीड के तौर में। ਜਿਸ ਤਰ੍ਹਾਂ ਸੀਡ ਦਾ ਵੀ ਚੱਲ ਰਿਹਾ, ਕਿਸਾਨ ਲਗਾਤਾਰ ਜਿਹੜੀ ਜੀਰੀ ਹੈਗੀ ਆ ਬੀਜ ਵੀ ਰਹੇ ਨੇ, ਲੇਕਿਨ ਜਿੱਥੋਂ ਤੱਕ ਬਿਜਲੀ ਦਾ ਸਮਾਂ ਹੈਗਾ, ਸਰਕਾਰ ਨੇ 10 ਜੂਨ ਤੋਂ ਕਹੀ ਆ ਸਿੱਧੀ ਖੇਤੀ ਵਾਸਤੇ, ਹਾਲੇ ਤੱਕ 2 ਤੋਂ 3 ਘੰਟੇ ਬਿਜਲੀ ਬੜੀ ਘੱਟ ਮਿਲ ਰਹੀ ਹੈਗੀ ਹੈ। ਦੇਖੋ ਇਹ ਗੱਲ ਦਾ ਰੌਲਾ ਤਾਂ ਸਭ ਜਗ੍ਹਾ ਹੀ ਪੈ ਰਿਹਾ ਜੀ। ਕਿਸਾਨ ਨੂੰ ਲੇਬਰ ਵੀ ਦੁੱਗਣੇ ਭਾਅ ਤੇ ਮਿਲ ਰਹੀ ਹੈ, ਮਿਲ ਵੀ ਨਹੀਂ ਰਹੀ। ਕਿਸਾਨ ਨੂੰ ਡਾਇਰੈਕਟ ਸੀਡਿੰਗ ਮਸ਼ੀਨਾਂ ਤੇ ਵੀ ਬੜਾ ਖਰਚਾ ਕਰਨਾ ਪੈ ਰਿਹਾ, ਉਹ ਸਬਸਿਡੀ ਵੀ ਨਹੀਂ ਮਿਲ ਰਹੀ, ਉਹ ਮਸ਼ੀਨਾਂ ਵੀ ਨਹੀਂ ਮਿਲ ਰਹੀਆਂ। ਅਸੀਂ ਤਾਂ ਬਾਰ-ਬਾਰ ਇਹ ਗੱਲਾਂ ਉਠਾ ਚੁੱਕੇ ਹਾਂ ਕਿ ਇਹ ਸਾਰੀ ਚੀਜ਼ਾਂ ਦੇ ਧਿਆਨ ਕਰੋ। ਨਾਲ ਹੀ ਜਿਹੜੀ ਬਿਜਲੀ ਦੀ ਸਪਲਾਈ ਹੈ ਉਹਦਾ ਮਿਨੀਮਮ 8 ਆਵਰ ਸਪਲਾਈ ਕਿੰਨੇ ਵਜੇ ਤੋਂ ਕਿੰਨੇ ਵਜੇ ਕਿਹੜੇ ਬਲਾਕ 'ਚ ਹੋਣੀ ਹੈ, ਸਾਰੀ ਗੱਲਾਂ
ਕਲੀਅਰ ਕਰਨੀ ਚਾਹੀਦੀ ਹੈ। ਇਸ ਗੱਲ ਦਾ ਬੜਾ ਵੱਡਾ ਕਿਸਾਨਾਂ 'ਚ ਰੋਸ ਹੈ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ roku ਅਤੇ Amazon Fire TV ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।